ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਦੀ ਖਾਨਾ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਤਿੰਨ ਮੁੱਖ ਉਪਦੇਸ਼ ਦਿੱਤੇ: ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ। ਇਹ ਤਿੰਨ ਸੁਨਹਿਰੀ ਉਪਦੇਸ਼ ਸਿੱਖ ਧਰਮ ਦੇ ਮੂਲ ਸਿਧਾਂਤ ਹਨ। ਗੁਰੂ ਨਾਨਕ ਸਾਹਿਬ ਜੀ ਨੇ ਆਪ ਇਹਨਾਂ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਰੂਪ ਦਿੱਤਾ। ਜਿੱਥੇ ਆਪ ਗੁਰੂ ਪਾਤਸ਼ਾਹ ਵਡੇਰੀ ਉਮਰ ਵਿੱਚ ਹੀ ਮਿਹਨਤ, ਮੁਸ਼ੱਕਤ, ਇਮਾਨਦਾਰੀ ਦੀ ਕਿਰਤ ਕਰਦੇ, ਉੱਥੇ ਲੋੜਵੰਦਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਸਨ। ਜਿੱਥੇ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਸੇਵਾ ਕਰਦੇ ਸਨ, ਉੱਥੇ ਸਭ ਨੂੰ ਇਮਾਨਦਾਰੀ ਨਾਲ ਹੱਕ ਹਲਾਲ ਦੀ ਰੋਜ਼ੀ ਰੋਟੀ ਕਮਾਉਣ ਦੀ ਪ੍ਰੇਰਨਾ ਵੀ ਦਿੰਦੇ ਸਨ। ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਅਜਿਹੀਆਂ ਅਨੇਕਾਂ ਘਟਨਾਵਾਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਲੋਕਾਈ ਨੂੰ ਸੱਚੀ ਸੁੱਚੀ ਕਿਰਤ ਕਰਕੇ ਸਵੈ ਮਾਨਤਾ ਵਾਲਾ ਜੀਵਨ ਜਿਉਣ ਦਾ ਸੰਦੇਸ਼ ਦਿੱਤਾ ਅਤੇ ਵੇਲਣਾ ਅਤੇ ਨਿਖਟੂਆਂ ਨੂੰ ਪਰਵਾਹ ਨਹੀਂ ਕੀਤਾ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾੜੇ ਸੇ। ਪੰਨਾ ਨੰਬਰ 1245। ਛੋਟੀ ਉਮਰ ਤੋਂ ਹੀ ਗੁਰੂ ਸਾਹਿਬ ਘਰ ਰਹਿੰਦਿਆਂ ਖੇਤੀਬਾੜੀ ਦਾ ਕੰਮ ਕਰਦੇ ਸਨ। ਫਿਰ ਪਿਤਾ ਕਲਿਆਣ ਦਾਸ ਜੀ ਨੇ ਤਲਵੰਡੀ ਵਿਖੇ ਹੀ ਕਰਿਆਨੇ ਦੀ ਦੁਕਾਨ ਪਾ ਦਿੱਤੀ। ਇਸ ਵੇਲੇ ਗੁਰੂ ਸਾਹਿਬ ਜੀ ਦੀ ਉਮਰ 35 ਸਾਲ ਦੀ ਹੋ ਚੁੱਕੀ ਸੀ। ਸੋ ਇਸ ਉਮਰ ਵਿੱਚ ਜ਼ਿੰਦਗੀ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਖੇਤੀ ਦੇ ਤਾਂ ਮਾਹਿਰ ਸਨ ਹੀ, ਪਰ ਨਾਲ ਨਾਲ ਵਪਾਰੀ ਵੀ ਬਣ ਚੁੱਕੇ ਸਨ। ਦੁਕਾਨ ਲਈ ਸੌਦਾ ਅਕਸਰ ਗੁਰੂ ਸਾਹਿਬ ਆਪ ਹੀ ਲਿਆਉਂਦੇ ਸਨ। ਇਸ ਲਈ ਆਪ ਜੀ ਨੂੰ ਸਹੀ ਸੌਦਾ ਖਰੀਦਣ ਦਾ ਤਜਰਬਾ ਹੋ ਚੁੱਕਾ ਸੀ। ਇੱਕ ਦਿਨ ਗੁਰੂ ਜੀ ਦੁਕਾਨ ਦਾ ਸਮਾਨ ਖਰੀਦਣ ਲਈ 20 ਰੁਪਏ, ਜੋ ਕਿ ਉਸ ਸਮੇਂ ਇੱਕ ਵੱਡੀ ਰਕਮ ਸੀ, ਲੈ ਕੇ ਚੂੜਕਾਣੇ ਮੰਡੀ ਸੌਦਾ ਖਰੀਦਣ ਚਲੇ ਗਏ। ਇਸ ਸਮੇਂ ਗੁਰੂ ਸਾਹਿਬ ਆਪਣੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ, ਜੋ ਗੁਰੂ ਸਾਹਿਬ ਜੀ ਦੇ ਕੋਲ ਹੀ ਰਹਿੰਦੇ ਸਨ ਤੇ ਰਬਾਬ ਵਜਾ ਕੇ ਗੁਰੂ ਸਾਹਿਬ ਨਾਲ ਕੀਰਤਨ ਦੀ ਸੰਗਤ ਕਰਦੇ ਸਨ, ਨੂੰ ਨਾਲ ਲੈ ਕੇ ਗਏ। ਚੂਹੜਕਾਣੇ ਮੰਡੀ ਦੇ ਬਾਹਰ ਹੀ ਆਪ ਜੀ ਨੂੰ ਰਸਤੇ ਵਿੱਚ ਰਮਤੇ ਸਾਧੂਆਂ ਦਾ ਇੱਕ ਟੋਲਾ ਮਿਲਿਆ, ਜੋ ਕਿ ਆਪਣੀਆਂ ਲੋੜਾਂ ਦੀ ਪੂਰਤੀ ਲਈ ਪਿੰਡਾਂ ਸ਼ਹਿਰਾਂ ਵਿੱਚੋਂ ਗ੍ਰਸਤੀਆਂ ਦੇ ਘਰੋਂ ਮੰਗ ਕੇ ਗੁਜ਼ਾਰਾ ਕਰਦੇ। ਉਨੀ ਦਿਨੀ ਉੱਥੇ ਓੜ ਹੋਣ ਕਾਰਨ ਅਨਾਜ ਦੀ ਤੰਗੀ ਸੀ ਤੇ ਸਾਧੂਆਂ ਨੂੰ ਕਈ ਵਾਰ ਭੁੱਖੇ ਰਹਿਣਾ ਪੈਂਦਾ ਸੀ। ਉਹਨਾਂ ਗੁਰੂ ਜੀ ਨੂੰ ਭੋਜਨ ਛਕਾਉਣ ਅਤੇ ਹੋਰ ਲੋੜਾਂ ਦੀ ਪੂਰਤੀ ਲਈ ਬੇਨਤੀ ਕੀਤੀ। ਗੁਰੂ ਜੀ ਨੇ ਉਹਨਾਂ ਨੂੰ ਭੋਜਨ ਛਕਾਇਆ ਅਤੇ ਉਹਨਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਕੀਤੀ ਅਤੇ ਨਾਲ ਹੀ ਉਪਦੇਸ਼ ਕੀਤਾ, ਇਹ ਭਾਵੇਂ ਚੰਗੀ ਗੱਲ ਹੈ ਕਿ ਤੁਸੀਂ ਸਾਰੇ ਧਰਮ ਕਮਾਉਣ ਅਤੇ ਪ੍ਰਚਾਰਨ ਵਿੱਚ ਲੱਗੇ ਹੋਏ ਹੋ, ਪਰ ਤੁਹਾਨੂੰ ਕਿਉਂਕਿ ਸੱਚੇ ਧਰਮ ਦੀ ਸਪਸ਼ਟ ਸੋਝੀ ਨਹੀਂ ਹੈ, ਤਾਂ ਹੀ ਤੁਸੀਂ ਮੰਗ ਕੇ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਹੋ। ਇੱਕ ਸੱਚਾ ਧਰਮ ਪ੍ਰਚਾਰਕ ਆਪ ਵੀ ਕਿਰਤ ਕਰਦਾ ਹੈ ਅਤੇ ਦੂਜਿਆਂ ਨੂੰ ਵੀ ਕਿਰਤ ਦੇ ਰਾਹ 'ਤੇ ਪਾਉਂਦਾ ਹੈ। ਉਹ ਮੰਗਤਾ ਨਹੀਂ ਹੁੰਦਾ, ਲੋਕ ਉਸ ਦੀ ਸੇਵਾ ਕਰਕੇ ਆਪ ਖੁਸ਼ ਹੁੰਦੇ ਹਨ। ਗੁਰੂ ਜੀ ਨੇ ਉਹਨਾਂ ਨੂੰ ਸੱਚੇ ਧਰਮ ਦੀ ਜਾਣਕਾਰੀ ਦ੍ਰਿੜ ਕਰਵਾਈ ਤੇ ਧਰਮ ਪ੍ਰਚਾਰ ਦਾ ਕਾਰਜ ਕਰਨ ਲਈ ਪ੍ਰੇਰਿਆ। ਇਸ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਭੈਣ ਬੇਬੇ ਨਾਨਕੀ ਅਤੇ ਜੀਜਾ ਭਾਈ ਜੈ ਰਾਮ ਜੀ ਦੇ ਸੱਦੇ 'ਤੇ ਸੁਲਤਾਨਪੁਰ ਆ ਗਏ। ਇਸ ਵੇਲੇ ਗੁਰੂ ਸਾਹਿਬ ਜੀ ਦੀ ਉਮਰ 35.5 ਸਾਲ ਦੀ ਸੀ। ਇਹ ਘਟਨਾ ਨਵੰਬਰ 1504 ਦੀ ਹੈ। ਭਾਈ ਜੈ ਰਾਮ ਜੀ ਨਵਾਬ ਦੌਲਤ ਖਾਂ ਲੋਧੀ ਦੇ ਅਹਿਲਕਾਰ ਸਨ। ਜਦੋਂ ਗੁਰੂ ਜੀ ਅਤੇ ਦੌਲਤ ਖਾਂ ਲੋਧੀ ਦੀ ਭੇਂਟ ਹੋਈ ਤਾਂ ਨਵਾਬ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਤਾਂ ਨਵਾਬ ਨੇ ਕਿਹਾ, ਇਸ ਦਾ ਨਾਮ ਕਿਆ ਹੈ? ਤਬ ਜੈ ਰਾਮ ਨੇ अर्ज की, जी इसका नाम नानक है। तब खान कहा, यह भला दयानतदार नज़र आंदा है, मेरा काम इसके हवाले करो। इस तरह नवाब ने गुरु नानक साहब जी ਨੂੰ ਆਪਣਾ ਇੱਕ ਵਿਭਾਗ ਮੋਦੀ ਖਾਨਾ ਫਾਰਸੀ ਦਾ ਸ਼ਬਦ ਹੈ, ਜਿਸ ਦਾ ਭਾਵ ਹੈ ਉਹ ਥਾਂ ਸਾਰੇ ਇਲਾਕੇ ਦਾ ਟੈਕਸ ਦੇ ਰੂਪ ਵਿੱਚ ਇਕੱਠਾ ਹੋਇਆ ਅਨਾਜ ਰੱਖਿਆ ਜਾਂਦਾ ਸੀ ਅਤੇ ਲੋੜ ਅਨੁਸਾਰ ਜਨਤਾ ਨੂੰ ਮੁੱਲ ਵੇਚਿਆ ਜਾਂਦਾ ਸੀ।
ਜਿਵੇਂ ਅੱਜ ਕੱਲ੍ਹ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਹੁੰਦੇ ਹਨ। ਸੋ ਇੱਥੇ ਗੁਰੂ ਸਾਹਿਬ ਦੀ ਪਦਵੀ ਅੱਜ ਕੱਲ੍ਹ ਦੇ ਜ਼ਿਲ੍ਹਾ ਖੁਰਾਕ ਅਫਸਰ ਵਾਲੀ ਪੂਰੀ ਜ਼ਿੰਮੇਵਾਰੀ ਵਾਲੀ ਪਦਵੀ ਸੀ। ਇਹ ਨੌਕਰੀ ਗੁਰੂ ਨਾਨਕ ਸਾਹਿਬ ਜੀ ਦੀ ਇਮਾਨਦਾਰੀ ਅਤੇ ਵਪਾਰਕ ਕਾਬਲੀਅਤ ਕਰਕੇ ਭਾਈ ਜੈ ਰਾਮ ਜੀ ਦੇ ਕਹਿਣ 'ਤੇ ਮਿਲੀ ਸੀ। ਤਲਵੰਡੀ ਵਿਖੇ ਦੁਕਾਨ ਕਰਦਿਆਂ ਉਹਨਾਂ ਨੂੰ ਵਪਾਰ ਦਾ ਤਜਰਬਾ ਹੋ ਚੁੱਕਾ ਸੀ, ਇਸ ਲਈ ਕੰਮ ਕਰਨ ਵਿੱਚ ਕੋਈ ਔਖ ਨਹੀਂ ਸੀ। ਉਸ ਵੇਲੇ ਸਿੱਕੇ ਦਾ ਪ੍ਰਚਲਨ ਬਹੁਤ ਜ਼ਿਆਦਾ ਨਹੀਂ ਸੀ, ਇਸ ਲਈ ਕਿਸਾਨ ਲੋਕ ਸਰਕਾਰ ਵੱਲੋਂ ਖੇਤੀ 'ਤੇ ਲਾਇਆ ਹੋਇਆ ਮਾਮਲਾ ਯਾਨੀ ਕਿ ਟੈਕਸ ਜਿਨਸ ਯਾਨੀ ਕਿ ਫਸਲ ਦੇ ਰੂਪ ਵਿੱਚ ਹੀ ਜਮ੍ਹਾਂ ਕਰਵਾਉਂਦੇ ਸਨ, ਜੋ ਸਰਕਾਰੀ ਗੁਦਾਮ ਭਾਵ ਮੋਦੀਖਾਨੇ ਵਿੱਚ ਜਮ੍ਹਾਂ ਹੋ ਜਾਂਦਾ ਸੀ। ਮੁਲਾਜ਼ਮਾਂ ਨੂੰ ਵੀ ਤਨਖਾਹ ਦਾ ਜ਼ਿਆਦਾਤਰ ਹਿੱਸਾ ਜਿਨਸ ਦੇ ਰੂਪ ਵਿੱਚ ਹੀ ਮਿਲਦਾ ਸੀ। ਗੁਰੂ ਸਾਹਿਬ ਜੀ ਇੱਥੋਂ ਦਾ ਸਾਰਾ ਹਿਸਾਬ ਕਿਤਾਬ ਰੱਖਦੇ ਸਨ ਅਤੇ ਵੇਚੀ ਹੋਈ ਜਿਨਸ ਦਾ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਸੀ। ਇਹ ਬੜਾ ਭਰੋਸੇ ਵਾਲਾ ਕੰਮ ਸੀ। ਜਿਵੇਂ ਅੱਜ ਕੱਲ੍ਹ ਸਰਕਾਰੀ ਮਹਿਕਮਿਆਂ ਵਿੱਚ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਉਸ ਵੇਲੇ ਵੀ ਰਿਸ਼ਵਤਖੋਰੀ ਬੇਈਮਾਨੀ ਹੁੰਦੀ ਸੀ। ਗੁਰੂ ਸਾਹਿਬ ਜੀ ਤੋਂ ਪਹਿਲਾਂ ਜੋ ਮੋਦੀਖਾਨੇ ਦੇ ਮੁਖੀ ਸਨ, ਉਹ ਹੋਰ ਕਰਮਚਾਰੀਆਂ ਸਮੇਤ ਹੇਰਾ ਫੇਰੀਆਂ ਕਰਦੇ ਸਨ। ਲੋਕ ਮਾਮਲਾ ਅਨਾਜ ਜ਼ਿਆਦਾ ਦਿੰਦੇ ਪਰ ਲਿਖਿਆ ਘੱਟ ਜਾਂਦਾ। ਸਮੇਂ-ਸਮੇਂ 'ਤੇ ਮੋਦੀਖਾਨੇ ਦੀ ਚੈਕਿੰਗ ਵੀ ਹੁੰਦੀ ਰਹਿੰਦੀ ਸੀ, ਪਰ ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਇੰਚਾਰਜ ਬਣੇ ਸਨ ਤਾਂ ਪਹਿਲਾਂ ਤੋਂ ਹੁੰਦੀ ਹੇਰਾਫੇਰੀ ਬੰਦ ਹੋ ਗਈ ਸੀ। ਕਈ ਮੁਲਾਜ਼ਮ ਤੇ ਲੁੱਟ ਖਸੁੱਟ ਕਰਨ ਵਾਲੇ ਲੋਕ ਈਰਖਾ ਕਰਨ ਲੱਗ ਪਏ ਸਨ। ਬਹੁਤੇ ਲੋਕ ਤਾਂ ਗੁਰੂ ਸਾਹਿਬ ਜੀ ਦੀ ਇਮਾਨਦਾਰੀ ਦੇ ਗੁਣ ਗਾਉਂਦੇ ਸਨ। ਗੁਰੂ ਸਾਹਿਬ ਇੱਥੇ ਵੀ ਇਮਾਨਦਾਰੀ ਨਾਲ ਆਪਣੀ ਕਿਰਤ ਕਰਦੇ ਸਨ। ਜਿਵੇਂ ਤਲਵੰਡੀ ਰਹਿੰਦਿਆਂ, ਦੁਕਾਨ ਕਰਦਿਆਂ, ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਕੀਰਤਨ ਰਾਹੀਂ ਸਤਸੰਗ ਕਰਦੇ ਸਨ। ਉਸੇ ਤਰ੍ਹਾਂ ਹੀ ਸੁਲਤਾਨਪੁਰ ਵਿਖੇ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਵਿੱਚ ਲੱਗੇ ਰਹਿੰਦੇ ਸਨ। ਗੁਰੂ ਪਾਤਸ਼ਾਹ ਲੋਕਾਂ ਨੂੰ ਕਰਮ ਕਾਂਡ ਛੱਡ ਕੇ ਸੱਚਾ ਸੁੱਚਾ ਜੀਵਨ ਜਿਉਣ ਦੀ ਜਾਚ ਦੱਸਦੇ। ਗੁਰੂ ਸਾਹਿਬ ਜੀ ਦੀ ਇਮਾਨਦਾਰੀ ਅਤੇ ਅਕਾਲ ਪੁਰਖ ਪ੍ਰਤੀ ਪ੍ਰੇਮ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਰਹੀ ਸੀ। ਗੁਰੂ ਸਾਹਿਬ ਜੀ ਨੇ ਆਪਣਾ ਪਰਿਵਾਰ ਵੀ ਇੱਥੇ ਬੁਲਾ ਲਿਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਮਹਾਨ ਸ਼ਖਸੀਅਤ ਦੀ ਵਡਿਆਈ ਦੂਰ ਦੂਰ ਤੱਕ ਵੱਧ ਰਹੀ ਸੀ, ਕਿਉਂਕਿ ਗੁਰੂ ਸਾਹਿਬ ਗਰੀਬਾਂ ਤੇ ਲੋੜਵੰਦਾਂ ਨੂੰ ਆਪਣੇ ਹਿੱਸੇ ਵਿੱਚੋਂ ਅਨਾਜ ਮੁਫਤ ਦੇ ਦਿੰਦੇ ਸਨ। ਕੁਝ ਈਰਖਾਲੂ ਬਿਰਤੀ ਦੇ ਲੋਕ ਜੋ ਪਹਿਲਾਂ ਤੋਂ ਹੀ ਗੁਰੂ ਸਾਹਿਬ ਜੀ ਦੀ ਇਮਾਨਦਾਰੀ ਤੋਂ ਨਾਖੁਸ਼ ਸਨ, ਉਹਨਾਂ ਨੇ ਨਵਾਬ ਦੌਲਤ ਖਾਂ ਦੇ ਪਾਸ ਸ਼ਿਕਾਇਤ ਕੀਤੀ ਕਿ ਬਾਬਾ ਨਾਨਕ ਮੋਦੀਖਾਨਾ ਲੁਟਾਈ ਜਾ ਰਿਹਾ ਹੈ। ਹੁਣ ਜਦੋਂ ਮੋਦੀਖਾਨੇ ਦੀ ਚੈਕਿੰਗ ਹੋਈ, ਜੋ ਪਹਿਲਾਂ ਵੀ ਹੁੰਦੀ ਸੀ, ਤਾਂ ਹਿਸਾਬ ਵਿੱਚ ਕੋਈ ਕਮੀ ਨਹੀਂ ਸੀ, ਬਲਕਿ ਅਨਾਜ ਵੱਧ ਰਿਹਾ ਸੀ। ਨਵਾਬ ਆਪ ਖੁਦ ਸ਼ਰਮਿੰਦਾ ਹੋਇਆ। ਉਸਨੇ ਗੁਰੂ ਸਾਹਿਬ ਤੋਂ ਮਾਫੀ ਮੰਗੀ। ਗੁਰੂ ਸਾਹਿਬ ਜੀ ਨੂੰ ਤਨਖਾਹ ਦਾ ਬਹੁਤ ਹਿੱਸਾ ਜਿਨਸ ਦੇ ਰੂਪ ਵਿੱਚ ਹੀ ਮਿਲਦਾ ਸੀ। ਉਹ ਹਿੱਸਾ ਗੁਰੂ ਸਾਹਿਬ ਲੋੜ ਅਨੁਸਾਰੀ ਵਰਤਦੇ ਸਨ, ਬਾਕੀ ਉੱਥੇ ਗੁਦਾਮ ਵਿੱਚ ਹੀ ਰਹਿੰਦਾ ਸੀ। ਇਸ ਹਿੱਸੇ ਵਿੱਚੋਂ ਹੀ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਸਨ। ਇਸ ਲਈ ਜਦੋਂ ਹਿਸਾਬ ਕੀਤਾ ਗਿਆ ਤਾਂ ਮਾਲ ਦਾ ਵਧਣਾ ਸੁਭਾਵਿਕ ਹੀ ਸੀ। ਇਹ ਕੋਈ ਕਰਾਮਾਤ ਨਹੀਂ ਸੀ। ਇਸ ਤਰ੍ਹਾਂ ਗੁਰੂ ਸਾਹਿਬ ਨੇ ਅਮਲੀ ਜੀਵਨ ਵਿੱਚ ਖੇਤੀ, ਵਪਾਰ ਅਤੇ ਨੌਕਰੀ ਤਿੰਨੇ ਹੀ ਰੋਜ਼ਗਾਰ ਦੇ ਵਸੀਲੇ ਅਪਣਾਏ ਵੀ ਅਤੇ ਤਿੰਨਾਂ ਨੂੰ ਹੀ ਇਮਾਨਦਾਰੀ ਨਾਲ ਕਰਕੇ ਵੀ ਵਿਖਾਇਆ। ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ਨੇ ਜਗਤ ਤਾਰਨ ਲਈ ਪ੍ਰਚਾਰਕ ਦੌਰਿਆਂ 'ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਹੀ ਸਨ। ਇਹ ਘਟਨਾ ਤਕਰੀਬਨ 30 ਅਗਸਤ 1507 ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵਾਬ ਦੌਲਤ ਖਾਂ ਲੋਧੀ। ਸੁਲਤਾਨਪੁਰ ਰਹਿੰਦਿਆਂ ਗੁਰੂ ਨਾਨਕ ਸਾਹਿਬ ਜੀ ਹਰ ਰੋਜ਼ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇੱਕ ਦਿਨ ਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਵੇਈ ਨਦੀ 'ਤੇ ਇਸ਼ਨਾਨ ਕਰਨ ਗਏ ਤੇ ਵਾਪਸ ਨਾ ਮੁੜੇ। ਛੇਤੀ ਹੀ ਸਾਰੇ ਸੁਲਤਾਨਪੁਰ ਵਿੱਚ ਗੱਲ ਫੈਲ ਗਈ। ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਨੂੰ ਪਤਾ ਲੱਗਿਆ ਤਾਂ ਉਹ ਵੀ ਬਹੁਤ ਘਬਰਾਏ।
ਜਦੋਂ ਨਵਾਬ ਦੌਲਤ ਖਾਨ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਭਈਆ ਜੈ ਰਾਮ ਨੂੰ ਲੈ ਕੇ ਵਈ ਨਦੀ ਦੇ ਕੰਢੇ ਤੇ ਗਿਆ ਤੇ ਮਛੇਰਿਆਂ ਨੂੰ ਕਿਹਾ ਕਿ ਜਾਲ ਪਾ ਕੇ ਲੱਭੋ। ਬਹੁਤ ਯਤਨ ਪਿੱਛੋਂ ਵੀ ਕੋਈ ਪਤਾ ਨਾ ਲੱਗਾ ਤਾਂ ਉਸ ਮੋਦੀ ਖਾਨੇ ਦਾ ਲੇਖਾ ਕਰਨ ਦਾ ਹੁਕਮ ਦੇ ਦਿੱਤਾ। ਭਾਈਆ ਜੈ ਰਾਮ ਦੇ ਹਿਸਾਬ ਕਰਨ ਤੇ ਮੋਦੀ ਖਾਨੇ ਦਾ ਲੇਖਾ ਠੀਕ ਨਿਕਲਿਆ। ਜੋ ਥੋੜਾ ਵੱਧਾ ਸੀ ਉਹ ਅਨਾਜ ਆਦਿ ਵੱਖਰਾ ਕਰਕੇ ਰੱਖ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਜੀ 3 ਦਿਨਾਂ ਦੇ ਇਕਾਂਤਵਾਸ ਪਿੱਛੋਂ ਪ੍ਰਗਟ ਹੋਏ ਅਤੇ ਲੋਕਾਈ ਵਿੱਚ ਹੋਕਾ ਦਿੱਤਾ ਕਿ ਨਾ ਕੋ ਹਿੰਦੂ ਨਾ ਮੁਸਲਮਾਨ, ਜਿਸ ਨਾਲ ਸਾਰੇ ਸੁਲਤਾਨਪੁਰ ਵਿੱਚ ਰੌਲਾ ਪੈ ਗਿਆ। ਇਸ ਵਾਕ ਨੂੰ ਸੁਣ ਕੇ ਸਭ ਹੈਰਾਨ ਹੋਏ ਕਿਉਂਕਿ ਸੁਲਤਾਨਪੁਰ ਇੱਕ ਮੁਸਲਮਾਨੀ ਨਗਰ ਸੀ। ਮੁਸਲਮਾਨਾਂ ਦੇ ਰਾਜ ਵਿੱਚ ਇਹ ਕਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਲੋਕਾਂ ਨੇ ਨਵਾਬ ਦੌਲਤ ਖਾਨ ਨੂੰ ਜਾ ਕੇ ਕਿਹਾ ਕਿ ਨਾਨਕ ਜੀ ਨਾ ਕੋ ਹਿੰਦੂ ਨਾ ਮੁਸਲਮਾਨ ਕਹਿੰਦੇ ਹਨ। ਉਸ ਨੇ ਗੁਰੂ ਨਾਨਕ ਜੀ ਨੂੰ ਸੱਦਾ ਭੇਜਿਆ ਤੇ ਨਾਲ ਹੀ ਨਗਰ ਦੇ ਕਾਜ਼ੀ ਨੂੰ ਉੱਥੇ ਬੁਲਾ ਲਿਆ। ਦੌਲਤ ਖਾਨ ਨੇ ਬਾਬਾ ਜੀ ਨੂੰ ਆਦਰ ਨਾਲ ਬਿਠਾਇਆ ਤੇ ਕਿਹਾ, ਕਾਜ਼ੀ ਇੱਕ ਗੱਲ ਪੁੱਛਣਾ ਚਾਹੁੰਦਾ ਹੈ। ਗੁਰੂ ਜੀ ਨੇ ਕਾਜ਼ੀ ਵੱਲ ਵੇਖਿਆ ਤੇ ਕਾਜ਼ੀ ਨੇ ਉਹਨਾਂ ਨੂੰ ਪੁੱਛਿਆ, ਤੁਸੀਂ ਕਹਿੰਦੇ ਹੋ ਨਾ ਕੋ ਹਿੰਦੂ ਨਾ ਮੁਸਲਮਾਨ, ਇਸ ਦਾ ਕੀ ਭਾਵ ਹੈ? ਕਿ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਚਲਾਇਆ ਧਰਮ ਕਾਇਮ ਨਹੀਂ ਹੈ? ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਮੁਸਲਮਾਨ ਬਣਨਾ ਬੜਾ ਔਖਾ ਹੈ। ਰੱਬ ਦੀ ਰਜ਼ਾ ਵਿੱਚ ਰਹਿਣਾ, ਆਪਣੇ ਮਨ ਵਿੱਚੋਂ ਹੰਕਾਰ ਕੱਢ ਕੇ ਸਭ ਜੀਆਂ ਵਾਸਤੇ ਤਰਸ, ਹਮਦਰਦੀ ਤੇ ਪਿਆਰ ਰੱਖਣਾ ਧਰਮ ਦਾ ਅਸਲ ਰਸਤਾ ਹੈ। ਗੁਰੂ ਸਾਹਿਬ ਜੀ ਨੇ ਫਰਮਾਇਆ, ਮੁਸਲਮਾਨ ਸਦਵਾਣਾ ਬਹੁਤ ਔਖਾ ਹੈ। ਜੇ ਨਿਰਧਾਰਤ ਕੀਤੀ ਰਹਿਤ ਵਾਲਾ ਹੋਵੇ ਤਾਂ ਬੇਸ਼ੱਕ ਆਪਣੇ ਆਪ ਨੂੰ ਮੁਸਲਮਾਨ ਸਦਾਵੇ। ਉਹ ਸਭ ਤੋਂ ਪਹਿਲਾਂ ਧਰਮੀ ਪੁਰਖਾਂ ਦਾ ਦੱਸਿਆ ਹੋਇਆ ਈਮਾਨ, ਧਰਮ ਮਾਰਗ ਮਿੱਠਾ ਕਰਕੇ ਮੰਨੇ। ਫਿਰ ਲੋਹੇ ਦੀ ਜੰਗਾਲ ਉਤਾਰਨ ਵਾਲੇ ਮਸ਼ਕਲੇ ਵਾਂਗੂ ਰੱਬ ਦਾ ਨਾਮ ਲੈ ਕੇ ਆਪਣੇ ਮਨ ਦੀ ਮੈਲ ਉਤਾਰੇ ਅਤੇ ਧਨ ਪਦਾਰਥ ਲੋੜਵੰਦਾਂ ਨੂੰ ਵੰਡੇ। ਇਸ ਤਰ੍ਹਾਂ ਧਰਮੀ ਪੁਰਖਾਂ ਦੇ ਦੱਸੇ ਨੇਮ ਅਨੁਸਾਰ ਚੱਲਣ ਵਾਲਾ ਮੁਸਲਮਾਨ ਬਣ ਕੇ ਮਰਨ ਤੇ ਜੀਵਨ ਦਾ ਤੋਖਲਾ ਦੂਰ ਕਰ ਦੇਵੇ। ਅਨੰਨ ਸੇਵਕ ਬਣ ਕੇ ਰੱਬ ਦੀ ਰਜ਼ਾ ਨੂੰ ਸਿਰ ਮੱਥੇ ਤੇ ਮੰਨੇ, ਕਰਤਾ ਪੁਰਖ ਨੂੰ ਸਭ ਕੁਝ ਮੰਨੇ ਅਤੇ ਆਪਾ ਗਵਾ ਦੇਵੇ, ਭਾਵ ਹੰਕਾਰ ਦੂਰ ਕਰ ਦੇਵੇ। ਇਸ ਤਰ੍ਹਾਂ ਸਾਰੇ ਜੀਵਾਂ ਉੱਤੇ ਦਇਆ ਕਰੇ ਤਾਂ ਆਪਣੇ ਆਪ ਨੂੰ ਮੁਸਲਮਾਨ ਕਹਾਵੇ। ਕਾਜ਼ੀ ਕਿਹਾ, ਇੱਕ ਹਿੰਦੂਆਂ ਦਾ ਰਾਹ ਹੈ ਅਤੇ ਇੱਕ ਮੁਸਲਮਾਨਾਂ ਦਾ ਰਾਹ ਹੈ। ਤੁਸੀਂ ਕਿਸ ਰਾਹ ਤੇ ਹੋ? ਗੁਰੂ ਜੀ ਨੇ ਕਿਹਾ, ਮੈਂ ਖੁਦਾਏ ਦੇ ਰਾਹ ਤੇ ਹਾਂ। ਖੁਦਾ ਨਾ ਹਿੰਦੂ ਹੈ ਨਾ ਮੁਸਲਮਾਨ। ਕਾਜ਼ੀ ਨੇ ਉੱਤਰ ਦਿੱਤਾ, ਜੇਕਰ ਖੁਦਾ ਦੇ ਰਾਹ ਤੇ ਹੋ ਤਾਂ ਨਮਾਜ਼ ਦਾ ਸਮਾਂ ਹੋ ਗਿਆ ਹੈ, ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹੋ। ਤਾਂ ਗੁਰੂ ਜੀ ਨਮਾਜ਼ ਪੜ੍ਹਨ ਲਈ ਤਿਆਰ ਹੋ ਗਏ। ਦੌਲਤ ਖਾਂ, ਕਾਜ਼ੀ ਤੇ ਗੁਰੂ ਜੀ ਮਸਜਿਦ ਵਿੱਚ ਨਮਾਜ਼ ਪੜ੍ਹਨ ਲਈ ਚਲੇ ਗਏ ਅਤੇ ਸ਼ਹਿਰ ਦੇ ਹੋਰ ਸਾਰੇ ਮੁਸਲਮਾਨ। ਨਗਰ ਦੇ ਹਿੰਦੂਆਂ ਵਿੱਚ ਇਹ ਤੋਖਲਾ ਹੋਇਆ ਕਿ ਕਾਜ਼ੀ ਤੇ ਦੌਲਤ ਖਾਂ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਲੈਣਗੇ, ਕਿਉਂਕਿ ਉਹਨਾਂ ਨੂੰ ਮਸਜਿਦ ਵਿੱਚ ਨਮਾਜ਼ ਪੜ੍ਹਨ ਲਈ ਲੈ ਗਏ ਹਨ। ਇਹੀ ਗੱਲ ਭਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਨੂੰ ਕਹੀ। ਬੇਬੇ ਨਾਨਕੀ ਜੀ ਬਹੁਤ ਸਿਦਕ ਵਾਲੇ ਸਨ ਤੇ ਉਹਨਾਂ ਨੂੰ ਆਪਣੇ ਵੀਰ ਦੀ ਦ੍ਰਿੜਤਾ ਤੇ ਭਰੋਸਾ ਸੀ। ਸੋ ਉਹਨਾਂ ਨੇ ਭਈਆ ਜੈ ਰਾਮ ਜੀ ਨੂੰ ਨਾਨਕ ਜੀ ਬਾਰੇ ਤਸੱਲੀ ਦਿੱਤੀ। ਕਾਜ਼ੀ, ਨਵਾਬ ਦੌਲਤ ਖਾਂ ਅਤੇ ਗੁਰੂ ਜੀ ਇੱਕ ਲਾਈਨ ਵਿੱਚ ਖਲੋ ਗਏ। ਸਭ ਦੇ ਅੱਗੇ ਕਾਜ਼ੀ ਨੇ ਖਲੋ ਕੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਗੁਰੂ ਜੀ ਮੁਸਕਰਾ ਪਏ। ਉਹਨਾਂ ਨੂੰ ਸਾਫ਼ ਦਿਸ ਰਿਹਾ ਸੀ ਕਿ ਕਾਜ਼ੀ ਦਾ ਮਨ ਉੱਥੇ ਹਾਜ਼ਰ ਨਹੀਂ। ਗੁਰੂ ਸਾਹਿਬ 3 ਸਾਲ ਤੋਂ ਸੁਲਤਾਨਪੁਰ ਵਿਖੇ ਰਹਿ ਰਹੇ ਸਨ, ਇਸ ਲਈ ਉਹਨਾਂ ਨੂੰ ਕਾਜ਼ੀ ਦੇ ਜੀਵਨ ਬਾਰੇ ਜਾਣਕਾਰੀ ਸੀ, ਜਿਸ ਕਰਕੇ ਗੁਰੂ ਸਾਹਿਬ ਨਮਾਜ਼ ਪੜ੍ਹਦੇ ਕਾਜ਼ੀ ਦੇ ਮਨ ਦੀ ਅਵਸਥਾ ਨੂੰ ਸਮਝ ਗਏ ਸਨ ਕਿ ਕਾਜ਼ੀ ਦਾ ਮਨ ਨਮਾਜ਼ ਕਰਦੇ ਉੱਥੇ ਹਾਜ਼ਰ ਨਹੀਂ ਸੀ। ਮੁਸਲਮਾਨੀ ਰਾਜ ਸੀ ਤੇ ਉਹਨਾਂ ਦਾ ਹੀ ਧਰਮ ਅਸਥਾਨ ਮਸੀਤ ਸੀ। ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਤੇ ਵੱਡਾ ਕਾਜ਼ੀ ਵੀ ਸੈਂਕੜੇ ਮੁਸਲਮਾਨਾਂ ਸਮੇਤ ਨਮਾਜ਼ ਵਿੱਚ ਸ਼ਾਮਲ ਸੀ। ਇਹ ਗੁਰੂ ਜੀ ਵਰਗੇ ਦਲੇਰ ਤੇ ਨਿਰਭੈ ਸੂਰਮੇ ਦਾ ਹੀ ਕੰਮ ਸੀ ਕਿ ਨਮਾਜ਼ ਪੜ੍ਹਦੇ ਕਾਜ਼ੀ ਪਾਸ ਖਲੋ ਕੇ ਉਸ ਉੱਤੇ ਮੁਸਕਰਾਉਣ। ਗੁਰੂ ਜੀ ਤਾਂ ਸੱਚ ਨੂੰ ਸੱਚ ਕਹਿਣਾ ਜਾਣਦੇ ਸਨ। ਖਰੀ ਖਰੀ ਗੱਲ ਕਹਿ ਦੇਣ ਦੇ ਉਹ ਡਰਦੇ ਨਹੀਂ ਸਨ।
ਡਰ ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ ਸੀ। ਕਾਜ਼ੀ ਕਿਵੇਂ ਸਹਾਰ ਸਕਦਾ ਸੀ ਕਿ ਕੋਈ ਉਸ ਉੱਤੇ ਮੁਸਕਰਾਏ? ਉਸਨੇ ਨਮਾਜ਼ ਖਤਮ ਹੋਣ ਤੇ ਨਵਾਬ ਕੋਲ ਸ਼ਿਕਾਇਤ ਕੀਤੀ। ਉਸ ਸਮੇਂ ਹੋਈ ਵਾਰਤਾਲਾਪ ਨੂੰ ਕੁਝ ਇਸ ਤਰ੍ਹਾਂ ਕਲਮਬੰਦ ਕੀਤਾ ਜਾ ਸਕਦਾ ਹੈ। ਕਾਜ਼ੀ, ਨਵਾਬ ਸਾਹਿਬ, ਮੈਂ ਨਮਾਜ਼ ਪੜ੍ਹ ਰਿਹਾ ਸੀ ਤਾਂ ਇਹ ਕਾਫਰ ਹੱਸ ਰਿਹਾ ਸੀ ਤੇ ਸਾਡਾ ਮਜ਼ਾਕ ਉਡਾ ਰਿਹਾ ਸੀ। ਇਸ ਨੇ ਨਮਾਜ਼ ਦੀ ਤੋਹੀਨ ਕੀਤੀ ਹੈ। ਨਵਾਬ, ਗੁਰੂ ਜੀ ਵੱਲ, ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਗੁਰੂ ਜੀ, ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ? ਕਾਜ਼ੀ, ਕੀ ਮੈਂ ਨਮਾਜ਼ ਨਹੀਂ ਪੜ੍ਹ ਰਿਹਾ ਸੀ? ਗੁਰੂ ਜੀ, ਕਾਜ਼ੀ ਜੀ, ਨਮਾਜ਼ ਪੜ੍ਹਨ ਸਮੇਂ ਤਾਂ ਤੁਸੀਂ ਘਰ ਗਏ ਹੋਏ ਸੋ। ਕਾਜ਼ੀ, ਹੈਂ, ਮੈਂ ਤਾਂ ਇੱਥੇ ਹੀ ਸੀ। ਗੁਰੂ ਜੀ, ਤੁਸੀਂ ਮਨ ਹੀ ਮਨ ਵਿੱਚ ਸੋਚ ਰਹੇ ਸੀ ਕਿਧਰੇ ਨਵਾਂ ਜੰਮਿਆ ਵਛੇਰਾ ਵਿਹੜੇ ਦੀ ਖੂਹੀ ਵਿੱਚ ਨਾ ਜਾ ਡਿੱਗੇ। ਨਵਾਬ, ਚਲੋ ਜੇ ਕਾਜ਼ੀ ਦਾ ਦਿਲ ਘਰ ਸੀ ਤਾਂ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਗੁਰੂ ਜੀ, ਆਪ ਦਾ ਮਨ ਤਾਂ ਕਾਬਲ ਵਿੱਚ ਘੋੜੇ ਖਰੀਦਣ ਤੇ ਲੱਗਿਆ ਹੋਇਆ ਸੀ। ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਨਵਾਬ ਦੇ ਸਾਰੇ ਅਹਿਲਕਾਰਾਂ ਨੂੰ ਬੁਲਾਇਆ ਤੇ ਕਿਹਾ ਕਿ ਗੁਰੂ ਨਾਨਕ ਸਾਹਿਬ ਰੱਬ ਦੇ ਪਿਆਰੇ ਹਨ ਅਤੇ ਰੱਬ ਦੀ ਪ੍ਰਾਪਤੀ ਵਾਸਤੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਜਦੋਂ ਰੱਬ ਨੂੰ ਯਾਦ ਕਰਨਾ ਹੋਵੇ ਤਾਂ ਆਪਣੇ ਮਨ ਨਾਲ ਯਾਦ ਕਰਨਾ ਚਾਹੀਦਾ ਹੈ। ਨਵਾਬ ਸਮੇਤ ਸਾਰੇ ਅਹਿਲਕਾਰ ਗੁਰੂ ਸਾਹਿਬ ਜੀ ਦੇ ਚਰਨੀ ਲੱਗੇ ਅਤੇ ਉਹਨਾਂ ਦੀ ਸਿੱਖਿਆ ਧਾਰਨ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ।